ਲਓ ਜੀ 53,000 ਸਬਸਕ੍ਰਾਈਬਰਸ ਦੇ ਨੇੜੇ ਤੇੜੇ ਆਪਾਂ ਪਹੁੰਚ ਚੁੱਕੇ ਹਾਂ। ਤੁਹਾਡੇ ਕੁਐਸਚਨਾਂ ਦੀ ਹਮੇਸ਼ਾ ਲੱਗੀ ਰਹਿੰਦੀ ਆ ਝੜੀ ਤੇ ਆਪਾਂ ਵੀ ਇਸ ਗੱਲ ਤੇ ਕਰੀ ਦੀ ਨਹੀਂ ਅੜੀ। ਸੋ ਇਸ ਕਰਕੇ ਤੁਹਾਡੇ ਬਹੁਤ ਸਾਰੇ ਇਹੋ ਜਿਹੇ ਕੁਐਸਚਨਸ ਹੁੰਦੇ ਨੇ ਜਿਹੜੇ ਓਨਟਾਰੀਓ ਪ੍ਰੋਵਿੰਸ ਨੂੰ ਸਪੈਸੀਫਿਕ ਹੁੰਦੇ ਨੇ ਤੇ ਮੈਨੂੰ ਪਤਾ ਕਿ ਯਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਉਂ ਨਾ ਕੋਈ ਸਪੈਸ਼ਲਿਸਟ ਜਿਹਨੂੰ ਬਿਲਕੁਲ ਉਸ ਦੀ ਡੀਪ ਨੌਲੇਜ ਆ ਉਸ ਤੋਂ ਆਨਸਰਸ ਲੱਭੇ ਜਾਣ। ਸੋ ਇਸ ਕਰਕੇ ਅੱਜ ਸਾਡੇ ਨਾਲ ਗੱਲਬਾਤ ਲਈ ਅਸੀਂ ਰਿਕੁਐਸਟ ਕੀਤੀ ਆ ਤੇ ਇਨਵਾਈਟ ਕੀਤਾ ਆ ਗੁਰਿੰਦਰਵੀਰ ਸਿੰਘ ਔਲਖ ਫਰੋਮ ਕੌਨਫਰ ਇਮੀਗ੍ਰੇਸ਼ਨ, ਜਿਨ੍ਹਾਂ ਨੂੰ ਤੁਸੀਂ ਜਿਹੜੇ ਵੀ ਤੁਹਾਡੇ ਕੁਐਸਚਨਸ ਨੇ ਚਾਹੇ ਐਜੂਕੇਸ਼ਨ ਨਾਲ ਰਿਲੇਟਡ ਹੋਵੇ, ਵਰਕ ਪਰਮਿਟ ਨਾਲ ਰਿਲੇਟਡ ਹੋਵੇ ਜਾਂ ਫਿਰ ਤੁਸੀਂ ਕੈਨੇਡਾ ਤੁਹਾਡਾ ਡ੍ਰੀਮ ਕੰਟਰੀ ਆ ਤੇ ਤੁਸੀਂ ਆਉਣਾ ਚਾਹੁੰਦੇ ਹੋ, ਸੋ ਹਾਊ ਕੈਨ ਇਟ ਬੀ ਮੇਡ ਪੋਸੀਬਲ, ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ ਸਾਡੇ ਨਾਲ ਅੱਜ ਦੀ ਇਸ ਵੀਡੀਓ ਵਿੱਚ। ਚੈੱਕ ਮੈਂ ਹਾਂ ਜੌਨੀ ਹੰਸ ਤੇ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ। ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਗੁਰਿੰਦਰਵੀਰ ਸਿੰਘ ਔਲਖ ਹੁਣਾਂ ਦੇ ਨਾਲ, ਜੀ ਹਾਂ, ਫਰੋਮ ਕੌਨਫਰ ਇਮੀਗ੍ਰੇਸ਼ਨ। ਸਭ ਤੋਂ ਪਹਿਲਾਂ ਕਰਦੇ ਹਾਂ ਭਾਜੀ ਹੁਣਾਂ ਦਾ ਨਿੱਘਾ ਸਵਾਗਤ। ਵੈਲਕਮ ਭਾਜੀ। ਥੈਂਕ ਯੂ ਜੌਨੀ ਜੀ, ਥੈਂਕਸ ਅ ਲੋਟ ਫॉर ਇਨਵਾਈਟਿੰਗ ਮੀ ਔਨ ਦਿਸ ਪਲੇਟਫਾਰਮ। ਤੇ ਮੈਂ ਤੁਹਾਡੇ ਸਾਰੇ ਲਿਸਨਰਸ ਨੂੰ, ਸਾਰੇ ਵਿਊਅਰਸ ਨੂੰ, ਉਹਨਾਂ ਨੂੰ ਵੀ ਸਾਰਿਆਂ ਨੂੰ ਵੈਲਕਮ ਕਹਿਣਾ ਚਾਹੂੰਗਾ ਤੇ ਥੈਂਕ ਯੂ ਕਹਿਣਾ ਚਾਹੂੰਗਾ ਕਿ ਬਈ ਉਹ ਤੁਹਾਡੇ ਨਾਲ ਤੇ ਤੁਸੀਂ ਬਹੁਤ ਵਧੀਆ ਇੱਕ ਉਪਰਾਲਾ ਸਟੂਡੈਂਟਸ ਵਾਸਤੇ ਜਾਂ ਯੰਗਸਟਰਸ ਵਾਸਤੇ ਸ਼ੁਰੂ ਕੀਤਾ ਹੈਗਾ। ਸੋ ਬੈਸਟ ਆਫ ਲੱਕ ਫॉर दैट ਟੂ। ਥੈਂਕ ਯੂ ਸੋ ਮਚ ਭਾਜੀ। ਵੈਸੇ ਸਾਡੀ ਆਨਲਾਈਨ ਵਾਲੀ ਪਹਿਲੀ ਇੰਟਰਵਿਊ ਆ, ਟੂ ਬੀ ਵੈਰੀ ਕੈਂਡਿਡ, ਐਂਡ ਨਾਰਮਲੀ ਇਦਾਂ ਹੀ ਹੁੰਦਾ ਕਿ ਯਾਰ ਹੁਣ ਤੱਕ ਮੈਂ ਜਿੰਨੇ ਵੀ ਆਰਟਿਸਟ ਦੇ ਨਾਲ ਇੰਟਰਵਿਊਜ਼ ਵੀ ਕੀਤੀਆਂ ਨੇ ਜਾਂ ਫਿਰ ਕਿਸੇ ਨਾਲ ਵੀ ਆਪਾਂ ਗੱਲਬਾਤ ਕਰੀ ਦੀ ਆ YouTube ਤੇ, ਟੀਵੀ ਤੇ ਜਾਂ ਵੀਡੀਓ ਤੇ, ਇਟਸ ਆਲਵੇਜ਼ ਆਮੋ ਸਾਹਮਣੇ। ਬਟ ਕੋਵਿਡ ਨੇ ਕਿੰਨਾ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ। ਕੀ ਖਿਆਲ ਆ? ਬਿਲਕੁਲ ਕੋਵਿਡ ਨੇ ਇੱਕ ਡਿਫਰੈਂਟ ਹੀ ਪਲੇਟਫਾਰਮ ਸ਼ੁਰੂ ਕਰਤਾ। ਹੁਣ ਰੀਸੈਂਟਲੀ ਮਤਲਬ ਮੈਨੂੰ ਮੇਰੇ ਵਾਈਫ ਹੀ ਦੱਸ ਰਹੇ ਸੀ ਕਿ ਵੀ ਕਿਸੇ ਨੇ UV ਰੇਜ਼ ਨਾਲ ਵੈਜੀਟੇਬਲਸ ਨੂੰ ਵੀ ਸੈਨੀਟਾਈਜ਼ ਕਰਨ ਵਾਸਤੇ ਬਣਾਤੀਆਂ ਤੇ ਬਹੁਤ ਹੀ ਕਿ ਵੀ ਇੱਕ ਦੋ US ਦੇ ਵਿੱਚ ਗਰੋਸਰੀ ਸਟੋਰਸ ਨੇ ਜਿਨ੍ਹਾਂ ਨੇ ਉਹ ਇੰਸਟਾਲ ਵੀ ਕਰ ਲਈਆਂ, ਬਿਕੋਜ਼ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਘਰੇ ਲਿਆ ਕੇ ਵੀ ਗਰੋਸਰੀ ਨੂੰ ਸੈਨੀਟਾਈਜ਼ ਕਰਨਾ ਪੈਂਦਾ। ਹੁਣ ਸੇਮ ਚੀਜ਼ ਇੱਕ ਕਦੇ ਕਿਸੇ ਨੇ ਵਿਊ ਹੀ ਨਹੀਂ ਸੋਚਿਆ ਸੀ ਕਿ ਵੀ ਇਸ ਤਰੀਕੇ ਨਾਲ ਵੀ ਕੁਝ ਹੋਊਗਾ ਤੇ ਹੁਣ ਕੰਪਨੀਆਂ ਉਹਦੇ ਨਾਲ ਕਰ ਰਹੀਆਂ ਨੇ ਸਭ ਕੁਝ। ਪਰ ਬੜੀ ਅਜੀਬ ਗੱਲ ਹੈ ਨਾ ਕਿ ਇਸ ਤਰ੍ਹਾਂ ਦੁਨੀਆ ਇਹਨੂੰ ਰੁਕ ਜੀ ਗਈ ਆ। ਬਿਲਕੁਲ ਮੈਂ ਇਹ ਕਹੂੰਗਾ ਇਫੈਕਟ ਜ਼ਰੂਰ ਪਿਆ ਹੈਗਾ, ਇੱਕ ਵਾਰੀ ਜ਼ਰੂਰ ਪਈ ਆ, ਬਟ ਇਨ ਫਿਊਚਰ ਤਾਂ ਮਤਲਬ ਟਾਈਮ ਨਾਲ ਆਪਾਂ ਨੂੰ ਇਹਦੇ ਨਾਲ ਹੀ ਜਿਉਣਾ ਪੈਣਾ। ਸੋ ਨਵੇਂ ਹੀ ਇਨਵੈਂਸ਼ਨਸ ਹੋ ਰਹੀਆਂ ਨੇ, ਨਵੀਆਂ ਇਨੋਵੇਸ਼ਨਸ ਹੋ ਰਹੀਆਂ ਨੇ ਕਿ ਬਈ ਕਿਵੇਂ ਇਹਦੇ ਨਾਲ ਹੀ ਸਰਵਾਈਵਲ ਕੀਤਾ ਜਾਵੇ। ਬਿਲਕੁਲ। ਤੇ ਇਮੀਗ੍ਰੇਸ਼ਨ ਚ ਸਪੈਸ਼ਲੀ ਓਨਟਾਰੀਓ ਚ ਕੀ ਕੁਝ ਨਵਾਂ ਹੋ ਰਿਹਾ? ਵਾਟ ਆਰ ਦ ਨਿਊ ਓਪਰਚੁਨਿਟੀਜ਼ ਜਿਹੜੀਆਂ ਸਾਡੇ ਦੋਸਤ ਜਿਨ੍ਹਾਂ ਦਾ ਐਡਵਾਂਟੇਜ ਲੈ ਸਕਦੇ? ਕਿਉਂਕਿ ਹਰ ਕਿਸੇ ਦਾ ਵੱਖਰਾ ਪ੍ਰੋਫਾਈਲ ਹੁੰਦਾ ਯਾਰ, ਸਾਰੇ ਸਟੂਡੈਂਟਸ ਨਹੀਂ ਹੁੰਦੇ ਜਾਂ ਸਾਰੇ ਕਈ ਵਾਰੀ ਕੁਆਲੀਫਾਈ ਵੀ ਨਹੀਂ ਕਰਦੇ ਹੁੰਦੇ ਐਜ਼ ਅ ਸਟੂਡੈਂਟ ਆਉਣ ਦੇ ਲਈ। ਸੋ ਹਰ ਇੱਕ ਦਾ ਇੱਕ ਡਿਫਰੈਂਟ ਪਰਸਪੈਕਟਿਵ ਆ, ਇੱਕ ਡਿਫਰੈਂਟ ਰਿਕੁਆਇਰਮੈਂਟ ਆ। ਤੁਹਾਡੇ ਹਿਸਾਬ ਨਾਲ ਕਿਹੜੀਆਂ ਓਪਰਚੁਨਿਟੀਜ਼ ਨੇ ਜਿਹੜੀਆਂ ਇਸ ਵੇਲੇ ਓਨਟਾਰੀਓ ਦੇ ਵਿੱਚ ਜੇ ਕਿਸੇ ਨੇ ਆਣਾ ਆ, ਕੀ ਓਪਰਚੁਨਿਟੀਜ਼ ਨੇ? ਪਹਿਲਾਂ ਕਿਹੜੇ ਵੱਖਰੇ ਆਪਸ਼ਨਸ ਨੇ ਉਹਨਾਂ ਕੋਲ? ਸੋ ਬੇਸਿਕਲੀ ਜੇ ਕੱਲੀ ਮੈਂ ਓਨਟਾਰੀਓ ਦੀ ਗੱਲ ਕਰਾਂ ਤਾਂ ਜਿਹੜੇ ਵੀ PNP ਪ੍ਰੋਗਰਾਮਸ ਨੇ ਉਹਦੇ ਵਿੱਚ ਇਹਨਾਂ ਨੇ ਨਾਟ ਕੱਲਾ ਓਨਟਾਰੀਓ, ਫੈਡਰਲੀ ਹੀ ਹਾਈ ਪ੍ਰਾਇੋਰਟਾਈਜ਼ ਕਰਤਾ ਹੈਗਾ ਜਿਹੜੇ ਫੂਡ ਦੇ ਰਿਲੇਟਡ ਨੇ, ਫੂਡ ਪ੍ਰੋਡਕਸ਼ਨ ਦੇ, ਜਿਹਦੇ ਵਿੱਚ ਮੀਟ ਪ੍ਰੋਡਕਸ਼ਨ ਆ ਜਾਂਦੀ ਆ ਤੇ ਐਗਰੀਕਲਚਰ ਦੇ ਰਿਲੇਟਡ ਆ ਜਾਂਦਾ, ਪਲੱਸ ਟਰਾਂਸਪੋਰਟੇਸ਼ਨ ਜਿਹ 'ਚ ਟਰੱਕ ਡਰਾਈਵਰਸ ਆ ਜਾਂਦੇ ਨੇ। ਸੋ ਉਹਨਾਂ ਨੂੰ ਹਾਈ ਪ੍ਰਾਇੋਰਟਾਈਜ਼ ਇਹਨਾਂ ਨੇ ਕਰਤਾ ਹੈਗਾ। ਟਿਲ ਅਕਤੂਬਰ ਤੱਕ ਇਹਨਾਂ ਨੇ ਹਜੇ ਇੱਕ ਵਾਰੀ ਪਾਇਲਟ ਦੇ ਵਿੱਚ ਹੀ ਰੱਖ ਕੇ ਉਹਨੂੰ ਹਾਈ ਪ੍ਰਾਇੋਰਟਾਈਜ਼ ਕੀਤਾ ਕਿ ਟਿਲ ਅਕਤੂਬਰ ਤੱਕ ਜੇ ਕੋਈ LMI ਵੀ ਅਪਲਾਈ ਕਰਦਾ ਹੈਗਾ ਤਾਂ ਉਹਨੂੰ ਹਾਈ ਪ੍ਰਾਇੋਰਟਾਈਜ਼ ਕਰਕੇ ਲਾਈਕ 10-15 ਡੇਜ਼ ਦੇ ਵਿੱਚ ਡਿਸੀਜ਼ਨ ਦੇ ਰਹੇ ਨੇ LMIs ਦਾ। ਜੋ LMIs ਦੀ ਇੱਕ ਕੰਡੀਸ਼ਨ ਹੁੰਦੀ ਸੀ ਐਡਵਰਟਾਈਜ਼ਮੈਂਟ ਵਾਸਤੇ 1 ਮੰਥ ਦੀ ਯੂਜ਼ਲੀ, ਉਹ ਇਹਨਾਂ ਨੇ ਵੇਵ ਆਫ ਕਰਤੀ ਆ ਇਸ ਕੈਟੇਗਰੀ ਵਾਸਤੇ। ਸੋ ਤੁਸੀਂ ਸਿੰਪਲ ਇੱਕ ਐਪਲੀਕੇਸ਼ਨ ਭਰਨੀ ਆ, ਕਿਉਂਕਿ ਰੀਜ਼ਨ ਕੀ ਹੈਗਾ ਇਹਨਾਂ ਨੂੰ ਵੀ ਪਤਾ ਐਕਚੁਅਲੀ ਖਾਸ ਤੌਰ 'ਤੇ ਓਨਟਾਰੀਓ ਦੇ ਵਿੱਚ ਟਰਾਂਸਪੋਰਟੇਸ਼ਨ ਬਿਜ਼ਨਸ ਕਾਫੀ ਟਾਈਮ ਦੇ ਵਿੱਚੋਂ ਬੜੇ ਹੀ ਇੱਕ ਔਖੇ ਦੌਰ ਦੇ ਵਿੱਚੋਂ ਲੰਘ ਰਿਹਾ ਸੀਗਾ ਕਿ ਡਰਾਈਵਰਸ ਨਹੀਂ ਮਿਲਦੇ ਹੈਗੇ। ਕੁਝ US ਦੀ ਪਾਲਿਸੀਜ਼ ਚੇਂਜ ਹੋਣ ਕਰਕੇ ਇਫੈਕਟ ਪਿਆ ਹੈਗਾ, ਬਟ ਇਸ ਟਾਈਮ ਦੇ ਵਿੱਚ ਕੰਪਨੀਜ਼ ਨੂੰ ਲਿਟਰਲੀ ਡਰਾਈਵਰਸ ਨਹੀਂ ਮਿਲ ਰਹੇ ਹੈਗੇ ਕਿ ਆਪਦਾ ਟਰਾਂਸਪੋਰਟੇਸ਼ਨ ਚਲਾਉਣ ਵਾਸਤੇ। ਬਟ ਕਿਉਂਕਿ ਇਹ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਪੈ ਚੁੱਕਾ ਤਾਂ ਗਵਰਨਮੈਂਟ ਉਹਦੇ ਵਾਸਤੇ ਬੜੇ ਹੀ ਫਾਸਟ ਟਰੈਕ ਕਰ ਰਹੀਆਂ ਨੇ ਕਿ ਬਈ ਤੁਸੀਂ ਜੇ ਫੋਰਨ ਵਰਕਰ ਹਾਇਰ ਕਰਨਾ ਤਾਂ ਉਹਦਾ ਟਾਈਮ ਪੀਰੀਅਡ ਘਟੇ। ਹੁਣ ਰੀਸੈਂਟਲੀ ਅਨਾਊਂਸਮੈਂਟ ਆਈ ਸੀ ਕਿ ਬਈ ਜਿੰਨੇ ਵੀ ਹਾਈ ਪ੍ਰਾਇੋਰਟਾਈਜ਼ ਵਰਕ ਪਰਮਿਟਸ ਹੈਗੇ ਨੇ ਤਾਂ ਉਹਨਾਂ ਦੀ 10 ਵੀਕਸ ਤੋਂ ਪ੍ਰੋਸੈਸਿੰਗ ਘਟਾ ਕੇ 10 ਡੇਜ਼ ਕੀਤੀ ਜਾਵੇ
ਤੇ ਤੁਹਾਨੂੰ ਵਿਦਆਊਟ ਵਰਕ ਪਰਮਿਟ ਅਪਰੂਵਲ ਹੋਣ ਤੋਂ ਪਹਿਲਾਂ ਵੀ ਤੁਸੀਂ ਵਰਕ ਸ਼ੁਰੂ ਕਰ ਸਕਦੇ ਹੋ। ਸੋ ਇਮੀਗ੍ਰੇਸ਼ਨ ਡੇ ਬਾਏ ਡੇ ਜਿਵੇਂ ਜਿਵੇਂ ਆਪਾਂ ਜਿਵੇਂ ਕਹਿ ਰਹੇ ਹਾਂ ਕਿ ਜਿਵੇਂ ਕੋਵਿਡ ਆਇਆ ਜਾਂ ਕੋਈ ਵੀ ਸਿਨੈਰੀਓ ਚੇਂਜ ਹੁੰਦਾ, ਇਮੀਗ੍ਰੇਸ਼ਨ ਉਹਦੇ ਹਿਸਾਬ ਨਾਲ ਆਪਦੇ ਆਪ ਨੂੰ ਵੀ ਚੇਂਜ ਕਰ ਰਹੀ ਆ। ਰੀਸੈਂਟਲੀ 3 ਦਿਨ ਪਹਿਲਾਂ ਮਿਨਿਸਟਰ ਆਫ ਇਮੀਗ੍ਰੇਸ਼ਨ ਆਫ ਕੈਨੇਡਾ ਉਹਨਾਂ ਦੀ ਵੀ ਅਨਾਉਂਸਮੈਂਟ ਆਈ ਸੀ ਕਿ ਬਈ ਵਿਦਆਊਟ ਇਮੀਗ੍ਰੇਸ਼ਨ ਕੋਵਿਡ ਚੋਂ ਨਿਕਲਣਾ ਕੈਨੇਡਾ ਵਾਸਤੇ ਅੱਜ ਦੇ ਟਾਈਮ 'ਚ ਬਹੁਤ ਔਖਾ। ਨਹੀਂ ਮੈਂ ਉਹ ਵੀ ਦੇਖਿਆ ਕਿ ਲਾਈਕ ਵੀ ਸ਼ੁੱਡ ਅਪਰੀਸ਼ੀਏਟ ਆਪਣੇ ਮਿਨਿਸਟਰ ਆਫ ਇਮੀਗ੍ਰੇਸ਼ਨ ਮਾਰਕੋ ਮੈਂਡਿਨਸਿੰਡੋ, ਤੇ ਜਿਹੜਾ ਉਹਨਾਂ ਨੇ ਪਿੱਛੇ ਵੀ ਇੱਕ ਹੋਰ ਉਹਨਾਂ ਨੇ ਅਪਡੇਟ ਸਟੂਡੈਂਟਸ ਲਈ ਵੀ ਕੱਢਿਆ ਸੀਗਾ, ਉਹ ਵੀ ਕਾਫੀ ਹੈਲਪਫੁਲ ਸੀਗਾ। ਮੇਰੇ ਖਿਆਲ ਨਾਲ ਤੁਹਾਡੀ ਟੀਮ ਨੇ ਵੀ ਉਹਨੂੰ ਸ਼ੇਅਰ ਕਾਫੀ ਕੀਤਾ ਸੀਗਾ। ਬਿਲਕੁਲ, ਕਿਉਂਕਿ ਉਹਦੇ ਵਿੱਚ ਇਹੀ ਹੈ ਕਿ ਕਈ ਸਟੂਡੈਂਟਸ ਨੂੰ ਇਹੀ ਪ੍ਰੋਬਲਮ ਸੀ ਕਿ ਜਿਹੜਾ ਟਾਈਮ, ਕਿਉਂਕਿ ਹੁਣ ਆਨਲਾਈਨ ਕੋਰਸਿਸ ਹੋ ਗਏ ਨੇ, ਇਨ ਸਟੂਡੈਂਟ ਤਾਂ ਹੈ ਨਹੀਂਗੇ ਨਾ, ਇਹਨਾਂ ਨੇ ਨਿਊ ਸਟੂਡੈਂਟਸ ਨੂੰ ਕੈਨੇਡਾ ਐਂਟਰ ਕਰਨ ਦਿੱਤਾ। ਸੋ ਆਨਲਾਈਨ ਕੋਰਸਿਸ ਕਈ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਸੀ ਕਿ ਜਿੰਨਾ ਟਾਈਮ ਅਸੀਂ ਆਊਟਸਾਈਡ ਕੈਨੇਡਾ ਪੜ੍ਹ ਰਹੇ ਹਾਂ, ਪਤਾ ਨਹੀਂ ਉਹ ਸਾਡਾ ਕੋਰਸ ਦੇ ਵਿੱਚ ਮੰਨਿਆ ਜਾਊਗਾ ਕਿ ਨਹੀਂ, ਮਤਲਬ ਫॉर PGWP। ਬਟ ਉਹ ਉਹਨਾਂ ਨੇ ਕਲੀਅਰ ਕਰਤਾ ਕਿ ਜਿੰਨਾ ਵੀ ਤੁਹਾਡੀ ਲਾਈਨਿੰਗਸ ਹੋਣਗੀਆਂ PGWP ਵਿੱਚ, ਜੇ ਤੁਹਾਡਾ 2 ਸਾਲ ਦਾ ਕੋਰਸ ਸੀ, ਚਾਹੇ ਤੁਸੀਂ 1 ਸਾਲ ਜਾਂ 10 ਮਹੀਨੇ ਤੁਸੀਂ ਇੰਡੀਆ ਦੇ ਵਿੱਚ ਜਾਂ ਆਊਟਸਾਈਡ ਕੈਨੇਡਾ ਤੁਸੀਂ ਪੜ੍ਹੇ ਹੋ, ਤੇ ਉਹ ਵੀ ਤੁਹਾਡਾ ਕੋਰਸ ਦੇ ਵਿੱਚ ਮੰਨਿਆ ਜਾਊਗਾ, ਤਾਂ ਤੁਸੀਂ PGWP ਦੇ ਟੂਵਰਡਸ ਉਹ ਵੀ ਕੈਲਕੂਲੇਟ ਹੋਊਗਾ। ਸੋ ਔਨ ਐਨ ਐਵਰੇਜ ਟਾਈਮ ਫਰੇਮ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ, ਕਿਉਂਕਿ ਬਹੁਤ ਸਾਰੇ ਸਾਡੇ ਦੋਸਤ ਦੁਬਈ ਦੇ ਵਿੱਚ ਵੀ ਨੇ, ਇੰਡੀਆ ਦੇ ਵਿੱਚ ਨੇ, ਜਿਹੜੇ ਐਜ਼ ਅ ਸਟੂਡੈਂਟ ਤਾਂ ਨਹੀਂ ਆ ਸਕਦੇ, ਬਟ ਦੇ ਹੈਵ ਦਿਸ ਵਿਜ਼ਨ ਕਿ ਯਾਰ ਅਸੀਂ ਐਜ਼ ਟਰਕਿੰਗ ਕੰਪਨੀਜ਼ ਦੇ ਵਿੱਚ ਆਣਾ ਜਾਂ ਐਜ਼ ਔਨ ਵਰਕ ਪਰਮਿਟ। ਸੋ ਕਿੰਨਾ ਕੁ ਲੰਬਾ ਪ੍ਰੋਸੈਸ ਹੁੰਦਾ ਜੇ ਹੁਣ ਜਿਹੜੇ ਸਾਡੇ ਦੋਸਤ ਇਸ ਵੇਲੇ ਸਾਨੂੰ ਦੁਬਈ 'ਚ ਦੇਖ ਰਹੇ ਨੇ ਜਾਂ ਇੰਡੀਆ 'ਚ ਦੇਖ ਰਹੇ ਨੇ, ਜਿਹੜੇ ਐਜ਼ ਅ ਟਰੱਕ ਡਰਾਈਵਰ ਆਣਾ ਚਾਹੁੰਦੇ? ਰੈਜ਼ੀਡੈਂਟ ਹੁੰਦਾ, ਮਤਲਬ ਟੈਂਪਰੇਰੀ ਫੋਰਨ ਵਰਕਰ ਜਿਹੜੀ ਕੰਟਰੀ ਦੇ ਵਿੱਚ ਰੈਜ਼ੀਡੈਂਟ ਹੁੰਦਾ, ਸੋ ਹਰੇਕ ਕੰਟਰੀ ਦੀ ਵੇਰੀਏਸ਼ਨ ਕਰਦੀ ਆ ਪ੍ਰੋਸੈਸਿੰਗ ਟਾਈਮ ਪੀਰੀਅਡ ਦੀ। ਦੁਬਈ ਦੀ ਆਲਮੋਸਟ ਪਹਿਲਾਂ 180 ਡੇਜ਼ ਹੁੰਦੀ ਸੀ, ਵਿਚ ਇਜ਼ ਅ ਲੋਟ, ਬਟ ਉਹਦੇ ਪੈਰਲਲ ਇੰਡੀਆ ਦੀ ਉਦੋਂ ਫਾਸਟ ਸੀਗੀ, ਇੰਡੀਆ ਵਿਦਿਨ 90 ਡੇਜ਼ ਕਰਦਾ ਸੀ। ਬਟ ਹੁਣ ਜਿੰਨੀਆਂ ਵੀ ਐਸੈਂਸ਼ੀਅਲ ਸਰਵਿਸਿਜ਼ ਦੇ ਰਿਲੇਟਡ ਵਰਕ ਪਰਮਿਟ ਨੇ, ਉਹਨਾਂ ਦਾ ਇਹਨਾਂ ਨੇ ਟਾਈਮ ਪੀਰੀਅਡ ਪਾਰਟਿਕੂਲਰ ਟਾਈਮ ਪੀਰੀਅਡ ਨਹੀਂ ਦਿੱਤਾ, ਬਟ ਫਾਸਟ ਜ਼ਰੂਰ ਉਹਨਾਂ ਨੂੰ ਕੀਤਾ, ਕਿਉਂਕਿ ਦੂਸਰੀਆਂ ਨੂੰ ਇਹਨਾਂ ਨੇ ਔਨ ਹਾਲਟ ਪਾਤਾ ਹੈਗਾ ਕਿ ਜਿਨ੍ਹਾਂ ਦੀ ਮਤਲਬ ਫੋਰ ਐਗਜ਼ਾਮਪਲ ਕੋਈ ਸਪਾਊਜ਼ਲ ਓਪਨ ਵਰਕ ਪਰਮਿਟ ਲਾ ਰਿਹਾ ਸੀ, ਕੋਈ ਵਿਜ਼ਟਰ ਵੀਜ਼ਾ ਲਾ ਰਿਹਾ ਸੀ, ਉਹ ਕੋਈ ਵੀ ਇਸ ਟਾਈਮ ਦੇ ਉੱਤੇ ਇਹ ਪ੍ਰੋਸੈਸ ਨਹੀਂ ਕਰ ਰਹੇ ਹੈਗੇ। ਸਿਰਫ ਤੇ ਸਿਰਫ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਵਾਲੀਆਂ ਵਰਕ ਪਰਮਿਟ ਐਪਲੀਕੇਸ਼ਨ ਸੀ, ਉਹਨਾਂ ਨੂੰ ਅਸੈਸ ਕਰ ਰਹੇ ਨੇ। ਹੁਣ ਰੀਸੈਂਟਲੀ ਇਹ ਪਿਛਲੇ ਕਾਫੀ ਟਾਈਮ ਤੋਂ ਇਹ ਕਹਿ ਰਹੇ ਸੀ ਕਿ ਅਸੀਂ ਐਗਰੋ ਪਾਇਲਟ ਪ੍ਰੋਜੈਕਟ ਵੀ ਲਾਂਚ ਕਰਨਾ ਹੈਗਾ, ਜਿਹੜਾ ਮਈ ਦੇ ਵਿੱਚ ਅਪ੍ਰੈਲ ਦੇ ਵਿੱਚ ਲਾਂਚ ਹੋਣਾ ਸੀ, ਕਰਦੇ ਕਰਦੇ ਕੋਵਿਡ ਕਰਕੇ ਰੀਸੈਂਟਲੀ ਲਾਸਟ ਵੀਕ ਉਹਨਾਂ ਨੇ ਲਾਂਚ ਕਰਤਾ। ਉਹ ਇੱਕ ਬਹੁਤ ਹੀ ਬੈਨੀਫੀਸ਼ੀਅਲ ਹੈਗਾ ਜਿਹੜੇ ਘੱਟ ਪੜ੍ਹੇ ਹੋਏ ਹੈਗੇ ਨੇ, ਕਿਉਂਕਿ ਉਹਦੇ ਵਿੱਚ ਐਗਰੋ ਰਿਲੇਟਡ ਹੀ ਜੌਬਸ ਨੇ। ਸੋ ਜਿੰਨੀ ਐਗਰੋ ਰਿਲੇਟਡ ਨੇ, ਚਾਹੇ ਮਤਲਬ ਪਾਰਟਿਕੂਲਰ ਨੇ, ਨਾਟ ਐਵਰੀ ਐਗਰੀਕਲਚਰ ਰਿਲੇਟਡ ਜੌਬ, ਤੁਸੀਂ ਨਰਸਰੀ ਦੇ ਵਿੱਚ ਜੌਬ ਕਰ ਰਹੇ ਹੋ, ਤੁਸੀਂ ਮਸ਼ਰੂਮ ਫਾਰਮਿੰਗ ਦੇ ਵਿੱਚ ਜੌਬ ਕਰ ਰਹੇ ਹੋ, ਤੁਸੀਂ ਐਨੀਮਲ ਹਸਬੈਂਡਰੀ ਦੇ ਵਿੱਚ ਜੌਬ ਕਰ ਰਹੇ ਹੋ ਐਜ਼ ਅ ਲੇਬਰ, ਤੁਸੀਂ ਗ੍ਰੀਨ ਹਾਊਸ ਦੇ ਵਿੱਚ ਜੌਬ ਕਰ ਰਹੇ ਹੋ ਐਜ਼ ਅ ਲੇਬਰ, ਤਾਂ ਤੁਸੀਂ ਉਹਨਾਂ ਨੂੰ after 1 year of Canadian experience you can just directly apply for work permit। ਸੋ ਉਹ ਇੱਕ ਬਹੁਤ ਹੀ ਵਧੀਆ ਮੈਂ ਕਹੂੰਗਾ ਓਪਰਚੁਨਿਟੀ ਆ, ਕਿਉਂਕਿ ਉਹਦੇ ਵਿੱਚ ਤੁਹਾਡਾ ਸੈਕੰਡਰੀ ਸਕੂਲ ਐਜੂਕੇਸ਼ਨ ਆ, IELTS ਦਾ ਸਕੋਰ 4.5 ਆ, ਵਿਚ ਇਜ਼ ਅ ਨਾਰਮਲ 4.55, ਇੰਨਾ ਕਿ ਬਈ ਇੰਨਾ ਹਰੇਕ ਨੂੰ ਤਾਂ ਜ਼ਰੂਰਤ ਹੈਗੀ ਆ ਤੇ ਹੋ ਵੀ ਜਾਂਦੇ। ਸੋ ਯਾਰ is it like lucrative in a way ਕਿ ਜਿੱਦਾਂ ਨਾਰਮਲੀ ਕਿੰਨਾ ਕੁ ਤੁਹਾਨੂੰ ਕੀ ਲੱਗਦਾ ਰਫਲੀ ਕਿੰਨਾ ਕੁ ਲੱਗ ਜਾਂਦਾ? ਹੁਣ ਬਹੁਤ ਸਾਰੇ ਦੋਸਤਾਂ ਦੇ ਮਨ 'ਚ ਵੀ ਕੁਐਸਚਨ ਆਉਂਦਾ ਹੋਣਾ ਕਿ ਯਾਰ ਅਮਾਊਂਟ ਕਿੰਨੀ ਹੋਊਗੀ, is it gonna be like really ਜਿਹੜੀ ਅਫੋਰਡੇਬਲ ਹੈ ਜਾਂ ਨਹੀਂ, ਅਮਾਊਂਟ ਕਿੰਨਾ ਕੁ ਲੱਗ ਜਾਂਦਾ, ਲਾਈਕ ਰਫਲੀ ਕਾਸਟ ਕਿੰਨੀ ਆ ਜਾਊਗੀ ਉਹਦੀ? ਸੋ ਜੇ ਤੁਹਾਨੂੰ EMPLOYER ਡਾਇਰੈਕਟ ਅਪਰੋਚ ਕਰਦਾ ਹੈਗਾ ਤਾਂ ਦੈਨ EMPLOYER ਹੀ ਆਪਦਾ LMI ਦੀ ਐਪਲੀਕੇਸ਼ਨ ਫੀ ਭਰਦਾ ਹੈਗਾ। ਸੋ ਰਫਲੀ ਹਰੇਕ ਟੈਂਪਰੇਰੀ ਰੈਜ਼ੀਡੈਂਟ ਵਰਕ ਪਰਮਿਟ ਦੀ ਐਪਲੀਕੇਸ਼ਨ ਔਨ ਐਨ ਐਵਰੇਜ 155 ਵਰਕ ਪਰਮਿਟ ਦੀ ਐਪਲੀਕੇਸ਼ਨ ਫੀ ਹੁੰਦੀ ਆ, $85 ਬਾਇਓਮੈਟ੍ਰਿਕ ਨੇ ਜੇ ਤੁਹਾਡੇ ਹੋਏ ਕਿ ਨਹੀਂ ਹੋਏ। ਸੋ ਇਹ ਹੈਗੀ ਜਿਹੜੀ ਗਵਰਨਮੈਂਟ ਫੀਸ ਹੈਗੀ ਆ, ਪਰ ਉਹਨੂੰ ਬਾਕੀ ਡਿਪੈਂਡ ਕਰਦਾ ਔਨ ਟਾਈਮ ਟੂ ਟਾਈਮ ਤੁਹਾਡਾ ਸਿਨੈਰੀਓ ਕੀ ਬਣ ਰਿਹਾ ਹੈਗਾ, ਤੁਸੀਂ ਕਰੰਟਲੀ ਇਨਸਾਈਡ ਕੈਨੇਡਾ ਹੋ ਜਾਂ ਆਊਟਸਾਈਡ ਕੈਨੇਡਾ ਹੋ, ਤੁਹਾਨੂੰ ਮੈਡੀਕਲ ਦੇ ਥਰੂ ਜਾਣਾ ਪੈਂਦਾ ਹੈਗਾ, ਮੈਡੀਕਲ ਦੇ ਤੁਹਾਡੇ ਚਾਰजेस ਲੱਗਣਗੇ, ਤੁਹਾਨੂੰ ਪੁਲਿਸ ਕਲੀਅਰੈਂਸ ਕਰਾਉਣੀ ਪੈਂਦੀ ਆ ਤਾਂ ਉਹਦੇ ਚਾਰजेस ਲੱਗਣਗੇ, ਮਤਲਬ ਡਿਪੈਂਡ ਕਰਦਾ। ਬਟ ਗਵਰਨਮੈਂਟ ਫੀਸ ਇਜ਼ ਵੈਰੀ ਨੋਮੀਨਲ। ਹੁਣ ਇਹਨਾਂ ਨੇ ਪਿੱਛੇ ਜੇ ਥੋੜੀ ਜਿਹੀ ਇਨਕਰੀਜ਼ ਕੀਤੀ ਹੈਗੀ ਆ ਫਰੋਮ April 30th, ਹਰੇਕ ਫੀਸ ਦੇ ਵਿੱਚ ਇਹਨਾਂ ਨੇ 20% ਦੇ ਅਪਰੋਕਸੀਮੇਟ ਇਨਕਰੀਜ਼ ਕੀਤਾ ਹੈਗਾ।
ਇਨਕਰੀਜ਼ ਕਰ ਦਿੱਤਾ। ਹਾਂਜੀ ਉਹਦੇ ਨਾਲ ਜੇ ਦੇਖਿਆ ਜਾਵੇ ਤੇ ਜਿੱਦਾਂ ਤੁਸੀਂ ਦੱਸਿਆ ਕਿ ਯਾਰ ਐਗਰੋ ਬੇਸਡ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਜੌਬਸ ਨੇ ਇਸ ਵੇਲੇ, ਤੇ ਡੂ ਯੂ ਥਿੰਕ ਸੋ ਕਿ ਐਕਸਪੀਰੀਅੰਸ ਜਿਹੜਾ ਚਾਹੀਦਾ ਹੁੰਦਾ ਉਹ ਕਿਹੋ ਜਿਹਾ, ਲਾਈਕ ਡੂ ਪੀਪਲ ਨੀਡ ਐਕਸਪੀਰੀਅੰਸ ਸਰਟੀਫਿਕੇਟ, ਜਾਂ ਯਾਰ ਕਿਸੇ ਕੋਲ ਜਿੱਦਾਂ ਮਸ਼ਰੂਮਿੰਗ ਦੇ ਮਸ਼ਰੂਮ ਸੈਕਟਰ ਦੇ ਵਿੱਚ ਤੁਸੀਂ ਕਿਹਾ, ਸੌਰੀ, ਸੋ ਉਹਦੇ ਵਿੱਚ ਲਾਈਕ ਡੂ ਦੇ ਨੀਡ ਲਾਈਕ ਐਕਸਪੀਰੀਅੰਸ, ਉਹਨਾਂ ਨੂੰ ਪਹਿਲਾਂ ਦਿਖਾਣਾ ਪੈਂਦਾ ਕਿ ਸਾਡੇ ਕੋਲ ਇੰਡੀਆ 'ਚ ਸੇਮ ਇੰਡਸਟਰੀ 'ਚ ਆਹ ਐਕਸਪੀਰੀਅੰਸ ਆ? ਸਿਮਿਲਰ ਹੋਣਾ ਚਾਹੀਦਾ, ਸੇਮ ਨਹੀਂ। ਕਿ ਬਈ ਫੋਰ ਐਗਜ਼ਾਮਪਲ ਜੇ ਤੁਸੀਂ ਗ੍ਰੀਨ ਹਾਊਸ ਦੇ ਵਿੱਚ ਆ ਰਹੇ ਹੋ ਤਾਂ ਤੁਹਾਡੇ ਜੀ। ਕੋਲੇ ਇੰਡੀਆ ਦੇ ਵਿੱਚ ਚਾਹੇ ਵੈਜੀਟੇਬਲਸ ਗਰੋ ਕਰਨ ਦਾ ਐਕਸਪੀਰੀਅੰਸ ਹੋਵੇ ਜਾਂ ਉਹੋ ਜਿਹਾ ਤੁਸੀਂ ਕੰਮ ਕੀਤਾ ਹੋਵੇ ਵੈਜੀਟੇਬਲਸ ਦੇ ਰਿਲੇਟਡ, ਸੋ ਗ੍ਰੀਨ ਹਾਊਸ 'ਚ ਭਾਵੇਂ ਨਾ ਹੋਵੇ ਬਟ ਵੈਜੀਟੇਬਲਸ ਦੇ ਰਿਲੇਟਡ ਹੋਵੇ। ਫਿਰ ਸਿਮਿਲਰ ਚੀਜ਼ ਮੈਂ ਮਸ਼ਰੂਮ ਦੇ ਵਿੱਚ ਆ ਜਾਊਂਗਾ, ਕਿਉਂਕਿ ਮਸ਼ਰੂਮ ਫਾਰਮਿੰਗ ਇਜ਼ ਕਾਈਂਡ ਆਫ ਅ ਟੈਕਨੀਕਲ ਫਾਰਮਿੰਗ, ਕਿਉਂਕਿ ਸਾਰਾ ਫੰਗਸ ਦੇ ਨਾਲ ਉਹ ਹੁੰਦਾ ਹੈਗਾ, ਤੁਹਾਨੂੰ ਇੱਕ ਮੋਇਸਚਰ ਮੇਨਟੇਨ ਕਰਨਾ ਪੈਂਦਾ ਹੈਗਾ। ਸੋ ਦੇ ਵਿਲ ਡੈਫੀਨੇਟਲੀ ਪ੍ਰੈਫਰ ਕਿ ਬਈ ਉਹਦੇ ਰਿਲੇਟਡ ਹੋਵੇ, ਬਟ ਫॉर ਸ਼ੋਰ ਐਗਰੀਕਲਚਰ ਦਾ ਐਕਸਪੀਰੀਅੰਸ ਜ਼ਰੂਰ ਹੋਵੇ, ਉਹਦੇ ਰਿਲੇਟਡ ਨਾ ਹੋਵੇ। ਬਾਕੀ ਚੀਜ਼ਾਂ ਵੀ ਤੁਹਾਡੀਆਂ ਬਹੁਤ, ਜਦੋਂ ਵਰਕ ਪਰਮਿਟ ਆਪਾਂ ਐਪਲੀਕੇਸ਼ਨ ਕਰਦੇ ਹਾਂ, ਤੁਹਾਡੀਆਂ ਟਾਈਜ਼, ਤੁਹਾਡੀਆਂ ਸਭ ਕੁਝ ਉਹ ਵੀ ਬਹੁਤ ਮੈਟਰ ਕਰਦਾ ਹੈਗਾ। ਇੱਥੇ ਇੱਕ ਹੋਰ ਇੰਪੋਰਟੈਂਟ ਐਸਪੈਕਟ ਆ ਜਾਂਦਾ ਹੈ ਕਿ ਕੇਅਰ ਗਿਵਰ ਤੇ ਨੈਨੀ ਦੇ ਜਿਹੜੇ ਪ੍ਰੋਗਰਾਮਸ ਕਰਦੇ ਨੇ, ਬਹੁਤ ਸਾਰੇ ਦੋਸਤਾਂ ਨੂੰ ਫੋਲੋ ਵੀ ਕਰਦੇ ਨੇ, ਬਹੁਤ ਵਾਰੀ ਕੁਐਸਚਨ ਵੀ ਆਂਦਾ। ਸੋ ਇਸ ਵੇਲੇ ਓਨਟਾਰੀਓ ਦੇ ਵਿੱਚ ਕੇਅਰ ਗਿਵਰਸ ਦੇ ਲਈ ਕੀ ਓਪਰਚੁਨਿਟੀਜ਼ ਨੇ, ਜਾਂ ਫਿਰ ਕੌਨਫਰ ਇਮੀਗ੍ਰੇਸ਼ਨ ਨੇ ਹੁਣ ਤੱਕ ਇਸ ਸੈਕਟਰ ਨੂੰ ਕਿੰਨਾ ਸਰਵ ਕੀਤਾ? ਸੋ ਇਸ ਸੈਕਟਰ ਨੂੰ ਮੈਂ ਇਸ ਤਰੀਕੇ ਨਾਲ ਕਹਿ ਸਕਦਾ ਕਿ ਅਸੀਂ ਕਾਫੀ ਹੱਦ ਤੱਕ ਸਰਵ ਕੀਤਾ। ਫੈਡਰਲ ਤਾਂ ਅਸੀਂ ਚੱਲ ਹੀ ਰਹੇ ਹੈਗੇ ਆ, ਬਟ ਬਿਕੋਜ਼ देयर इज अ PNP ਪ੍ਰੋਗਰਾਮ ਅੰਡਰ EMPLOYER ਡਰਿਵਨ ਸਟਰੀਮ ਤੇ ਇਨ ਡਿਮਾਂਡ ਸਕਿੱਲ ਸਟਰੀਮ ਆ ਪਰਟੀਕੂਲਰ ਸਟਰੀਮ ਦਾ ਨਾਮ। ਸੋ ਜੇ ਤੁਹਾਡੇ ਕੋਲੇ ਓਨਟਾਰੀਓ ਦੇ ਵਿੱਚ 9 ਮੰਥਸ ਦਾ ਐਕਸਪੀਰੀਅੰਸ ਹੈਗਾ ਐਜ਼ ਅ ਕੇਅਰ ਗਿਵਰ, ਹੋਮ ਕੇਅਰ ਗਿਵਰ ਜਾਂ ਕੇਅਰ ਗਿਵਰ ਦਾ 4212 ਇਹਨਾਂ ਦਾ ਨੌਕ ਕੋਡ ਹੈਗਾ, ਤੇ ਜੇ ਤੁਹਾਡੇ ਕੋਲ 9 ਮੰਥਸ ਦਾ ਐਕਸਪੀਰੀਅੰਸ ਹੈਗਾ ਤੇ ਤੁਹਾਡੇ ਕੋਲ EMPLOYER ਹੈਗਾ ਜਿਹੜਾ ਤੁਹਾਡੀ PNP ਸਪੋਰਟ ਕਰ ਸਕਦਾ, ਤਾਂ ਵਿਦਨ 3 ਮੰਥਸ ਤੁਹਾਨੂੰ PNP ਅਪਰੂਵਲ ਰੇਟ ਆ ਰਿਹਾ ਉਹਦਾ, ਤੇ ਜਿੱਦਣ ਤੁਹਾਡੀ PNP ਹੋ ਗਈ ਵਿਦਨ 12 ਮੰਥਸ ਯੂ ਵਿਲ ਬੀ ਪਰਮਾਨੈਂਟ ਰੈਜ਼ੀਡੈਂਟ। ਬਟ ਤੁਹਾਡੇ ਕੋਲੇ ਇਨਸਾਈਡ ਓਨਟਾਰੀਓ ਉਹ 9 ਮੰਥਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਚਾਹੇ ਉਹ 9 ਮੰਥਸ ਦਾ ਐਕਸਪੀਰੀਅੰਸ ਤੁਸੀਂ ਐਜ਼ ਅ ਸੈਲਫ ਇੰਪਲੋਇਡ ਗੇਨ ਕੀਤਾ ਹੋਵੇ, ਚਾਹੇ ਕਿਸੇ ਵੀ EMPLOYER ਦੇ। ਸੋ ਪਰਟੀਕੂਲਰ ਜਿਹੜਾ EMPLOYER ਤੁਹਾਨੂੰ ਨੋਮੀਨੇਟ ਕਰ ਰਿਹਾ ਉਹਦੇ ਵਿੱਚ 9 ਮੰਥਸ ਦਾ ਐਕਸਪੀਰੀਅੰਸ ਨਹੀਂ ਹੋਣਾ ਚਾਹੀਦਾ, ਓਵਰਆਲ 9 ਮੰਥਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਮਤਲਬ ਸੇਮ ਫੀਲਡ 'ਚ ਜਾਂ ਕਿਸੇ ਫੀਲਡ? ਕਿਸੇ ਵੀ ਉਸੇ ਨੌਕ ਦੇ ਵਿੱਚ, ਉਸ ਪਰਟੀਕੂਲਰ ਨੌਕ। ਇੱਕ ਹੋਰ ਚੀਜ਼ ਭਾਜੀ ਮੈਂ ਕਨਫਰਮ ਕਰਨਾ ਚਾਹੁੰਦਾ ਕਿ ਜਿਵੇਂ ਹਰ ਸਟੇਟ ਦੇ ਵਿੱਚ ਇੱਕ PNP ਪ੍ਰੋਗਰਾਮਸ ਹੁੰਦੇ ਨੇ ਸਟੂਡੈਂਟਸ ਦੇ ਲਈ ਵੀ, ਰਾਈਟ? ਤੇ ਕੀ ਓਨਟਾਰੀਓ ਵਿੱਚ ਵੀ ਕੋਈ ਇਹੋ ਜੀ ਲਿਸਟ ਆ ਜਿਹੜੀ ਗਵਰਨਮੈਂਟ ਇਸ਼ੂ ਕਰਦੀ ਆ ਪ੍ਰੋਵਿੰਸ਼ੀਅਲ PR ਦੇ ਲਈ, ਕਿ ਕੋਈ ਪਾਰਟਿਕੂਲਰ ਪ੍ਰੋਗਰਾਮਸ ਲਓ, ਕੋਈ ਪਾਰਟਿਕੂਲਰ, ਜਿੱਦਾਂ ਕਿਊਬੈਕ ਦੇ ਵਿੱਚ ਇੱਕ PEQ ਲਿਸਟ ਆਉਂਦੀ ਆ, ਰਾਈਟ? ਉਹਦੇ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਜਿਹੜੇ ਡਾਇਰੈਕਟ PR ਦੀ ਆਪਸ਼ਨਸ ਹੁੰਦੇ ਨੇ, ਜਿਹੜੇ CSQ ਲੱਗ ਜਾਂਦਾ ਹੈ, ਕਿ ਓਨਟਾਰੀਓ ਵਿੱਚ ਵੀ ਕੋਈ ਇਹੋ ਜੀ ਲਿਸਟ ਹੁੰਦੀ ਹੈ ਜਾਂ ਇਹੋ ਜਿਹੇ ਪ੍ਰੋਗਰਾਮਸ ਹੁੰਦੇ ਨੇ ਜਿਨ੍ਹਾਂ ਵਿੱਚ ਜਿਹੜੇ ਚੂਜ਼ ਕਰ ਲੈਣੇ ਚਾਹੀਦੇ ਆ, ਜਾਂ ਫਿਰ ਜਿਨ੍ਹਾਂ ਦੇ ਵਿੱਚ ਸਿੱਧੀ PR ਹੁੰਦੀ ਹੋਵੇ ਵਿਦਆਊਟ ਐਨੀ ਵਰਕ ਐਕਸਪੀਰੀਅੰਸ? ਸੋ ਓਨਟਾਰੀਓ ਦੇ ਵਿੱਚ ਜਿਵੇਂ ਜੇ ਮੈਂ ਕਹਾਂ ਕਿ ਬਈ PNP ਦੇ ਪੁਆਇੰਟ ਆਫ View ਨਾਲ, ਤਾਂ ਉਹ ਸਿਰਫ ਮਾਸਟਰਸ ਜਾਂ PhD ਜੇ ਤੁਸੀਂ ਕਰਦੇ ਹੋ ਓਨਟਾਰੀਓ ਦੇ ਵਿੱਚੋਂ, ਤਾਂ ਤੁਸੀਂ ਡਾਇਰੈਕਟ ਥਰੂ PNP ਪ੍ਰੋਸੈਸ ਆਪਦੀ PNP ਫਾਈਲ ਕਰ ਸਕਦੇ ਹੋ। ਬਟ ਜਿਵੇਂ ਹੁਣ ਨਾਰਦਰਨ ਰੂਰਲ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਚੁੱਕਾ, ਉਹਦੇ ਵਿੱਚ ਵੀ ਜਿਵੇਂ ਓਨਟਾਰੀਓ ਦੇ ਵਿੱਚੋਂ 5 ਸਿਟੀਜ਼ ਉਹਦੇ ਵਿੱਚ ਕੁਆਲੀਫਾਈ ਕਰ ਚੁੱਕੀਆਂ ਨੇ। ਉਸ ਸਿਟੀ ਦੇ ਵਿੱਚ ਲਗਭਗ 4 ਸਿਟੀਜ਼ ਦੇ ਵਿੱਚ ਤਾਂ ਕਾਲਜਸ ਹੈਗੇ ਨੇ ਪੁਰਾਣੇ ਪਬਲਿਕ ਕਾਲਜਸ। ਉਸ ਕਾਲਜ ਦੇ ਵਿੱਚ ਜੇ ਤੁਸੀਂ 2+ ਇਅਰਸ ਦਾ ਕੋਰਸ ਕਰਦੇ ਹੋ ਤਾਂ ਤੁਹਾਨੂੰ ਕੋਈ ਉਸ ਪਾਇਲਟ ਪ੍ਰੋਜੈਕਟ ਦੇ ਵਿੱਚ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਹੁੰਦੀ, ਯੂ ਕੈਨ ਡਾਇਰੈਕਟਲੀ ਅਪਲਾਈ ਅੰਡਰ ਦੈਟ ਪਾਇਲਟ ਪ੍ਰੋਜੈਕਟ। ਸੋ ਉਹ ਉਂਝ ਫੈਡਰਲ ਦਾ ਪ੍ਰੋਜੈਕਟ ਆ, ਬਟ ਮੈਂ ਕਿਉਂਕਿ ਓਨਟਾਰੀਓ ਦੇ ਵਿੱਚ 5 ਸਿਟੀਜ਼ ਵੀ ਕੁਆਲੀਫਾਈ ਕਰਦੀਆਂ ਨੇ, ਬਟ ਯੂਜ਼ਲੀ ਕੀ ਹੁੰਦਾ ਕਿ ਆਪਣੇ ਸਟੂਡੈਂਟਸ ਮੈਕਸਿਮਮ 2 ਇਅਰਸ ਦਾ ਕੋਰਸ ਲੈਂਦੇ ਨੇ, ਬਟ ਉਹ ਕਹਿੰਦੇ ਨੇ 2+ ਇਅਰਸ ਦਾ ਕੋਰਸ ਹੋਣਾ ਚਾਹੀਦਾ। ਸੋ ਜਿਹੜੇ ਬੱਚੇ ਉੱਥੇ ਪੜ੍ਹਦੇ ਨੇ, ਇਫ ਦੇ ਕੈਨ ਟੇਕ ਕਿ ਬਈ 2+ ਇਅਰਸ ਦਾ ਕੋਈ ਕੋਰਸ ਲੈ ਲੈਣ, ਚਾਹੇ ਇਕੱਠਾ ਲੈ ਲੈਣ, ਚਾਹੇ ਸੈਪਰੇਟਲੀ ਲੈ ਲੈਣ, ਸੈਪਰੇਟਲੀ ਵੀ ਚੱਲ ਜਾਂਦੇ ਨੇ, ਮਤਲਬ ਪਰ 2 ਸਾਲ ਤੋਂ ਵੱਧ ਦੇ ਕੋਰਸ ਹੋਣੇ ਚਾਹੀਦੇ ਨੇ ਇਨ ਟੋਟਲ। ਸੋ ਉਹ ਵੀ ਇੱਕ ਬਹੁਤ ਵਧੀਆ ਓਪਰਚੁਨਿਟੀ। ਬ੍ਰੈਂਪਟਨ ਜਾਂ ਟੋਰਾਂਟੋ, ਮਿਸੀਸਾਗਾ, ਇਹ ਸਾਰੇ ਸਿਟੀ ਵਿੱਚ ਕੁਆਲੀਫਾਈ ਕਰਦੇ ਆ ਕਿ ਨਹੀਂ? ਨਹੀਂ, ਸਿਰਫ ਕਿਉਂਕਿ ਪਾਇਲਟ ਪ੍ਰੋਜੈਕਟ ਹੀ ਨਾਰਦਰਨ ਰੂਰਲ ਪਾਇਲਟ ਪ੍ਰੋਜੈਕਟ ਆ, ਸੋ ਸਿਰਫ ਰੂਰਲ ਤੇ ਨਾਰਦਰਨ ਸਿਟੀਜ਼ ਨੇ, ਜਿਵੇਂ ਸਡਬਰੀ, ਟਿਮਨਸ, ਸਾਲਟ ਸੂ ਮੈਰੀ, ਨਾਰਥ ਬੇ ਤੇ ਥੰਡਰ ਬੇ, ਇਹ 5 ਸਿਟੀਜ਼ ਨੇ ਜਿਹੜੀਆਂ ਓਨਟਾਰੀਓ ਦੀਆਂ ਕਵਰ ਹੁੰਦੀਆਂ ਨੇ। ਸੋ
ਗੁਰਿੰਦਰ ਵੀਰ ਇਜ਼ ਅ ਪਰਸਨ ਜਿਨ੍ਹਾਂ ਨੂੰ ਮੈਂ ਪਰਸਨਲੀ ਇਸ ਚੀਜ਼ ਲਈ ਜਾਣਦਾ, ਲਾਈਕ ਹੀ ਡੈਫੀਨਿਟਲੀ ਸਟੈਂਡਸ ਫॉर what he says। ਮੈਂ ਬਹੁਤ ਸਾਰੇ ਲਾਈਕ ਤੁਸੀਂ ਦੇਖਦੇ ਹੋ ਸਾਡੀਆਂ ਵੀਡੀਓਜ਼ ਤੇ ਬਹੁਤ ਲੋਕ ਸਾਨੂੰ ਅਪਰੋਚ ਵੀ ਕਰਦੇ ਨੇ ਕਿ ਯਾਰ ਹਾਈਲਾਈਟ ਆ ਜਾਂ ਫਿਰ ਯਾਰ ਸਾਨੂੰ ਪੁੱਛ ਲਓ, ਬਟ ਯਾਰ ਇੱਕ ਚੀਜ਼ ਹੁੰਦੀ ਨਾ, ਇੱਕ ਅੰਦਰੋਂ ਤੁਹਾਨੂੰ ਫੀਲ ਹੁੰਦਾ ਕਿ ਯਾਰ ਯੂ ਰੀਲੀ ਵਾਂਟ ਟੂ ਬ੍ਰਿੰਗ ਦੈਟ ਆਥੈਂਟਿਕ ਪਰਸਨ ਔਨ ਬੋਰਡ ਵਿਦ ਯੂ, ਜਿਹੜਾ ਜੈਨੂਇਨਲੀ ਤੁਹਾਡੀ ਆਡੀਅנס ਨੂੰ ਸਹੀ ਗਾਈਡ ਕਰੇ। ਸੋ ਇਸੇ ਕਰਕੇ ਅਸੀਂ ਭਾਜੀ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਇੱਕ ਵਾਰ ਸਾਡੇ ਨਾਲ ਤੁਸੀਂ ਜ਼ਰੂਰ ਵੀਡੀਓ ਕਰੋ, ਤਾਂ ਕਿ ਜਿਨ੍ਹਾਂ ਨੂੰ ਸਹੀ ਇਨਫੋਰਮੇਸ਼ਨ ਚਾਹੀਦੀ ਹੈ, ਦੋਜ਼ ਹੂ ਰੀਲੀ ਵਾਂਟ ਟੂ ਗੋ ਥਰੂ ਦਾ ਰਾਈਟ ਵੇ ਤੇ ਆਪਣੇ ਪੈਸੇ ਖਰਾਬ ਨਹੀਂ ਕਰਨਾ ਚਾਹੁੰਦੇ, ਉਹ ਸਹੀ ਇਨਫੋਰਮੇਸ਼ਨ ਲੈ ਸਕਣ।